Travelers on a spiritual path, have you ever encountered any questions or difficult issues regarding your physical, mental, or spiritual life? In this book, Spiritual Gems, a collection of excerpts taken from letters written by the great master Baba Sawan Singh Ji to seekers and disciples around the world. Your questions might be answered. Please stay with us for excerpts from Baba Sawan Singh Ji's letters, part 1 of 2. Today's program will be presented in Punjabi with subtitles in Arabic, Aulacese, also known as Vietnamese, Chinese, English, French, German, Hindi, Hungarian, Indonesian, Japanese, Korean, Mongolian, Persian, Polish, Portuguese, Punjabi, Russian, Spanish and Thai. बहुत ही नया स्वागत है उदारचित दर्शकों। मेरा नाम है अबीबसा, चंडीगढ़ ਭਾਰਤ ਤੋਂ। ਭਾਰਤ ਦੇ ਰੂਹਾਨੀ ਲੋਕ ਪ੍ਰਾਰਥਨਾ ਕਰਦੇ ਹਨ ਸਵਰਗ ਨੂੰ ਉੱਚਾ ਚੁੱਕਣ ਲਈ ਸਾਰੇ ਪ੍ਰਾਣੀਆਂ ਨੂੰ ਧਰਤੀ ਗ੍ਰਹਿ ਉੱਤੇ। ਅੱਜ ਦੇ ਪ੍ਰੋਗਰਾਮ ਵਿੱਚ ਚੋਣਾਂ ਹਜ਼ੂਰ ਬਾਬਾ ਸਾਵਨ ਸਿੰਘ ਜੀ ਦੀਆਂ ਚਿੱਠੀਆਂ ਵਿੱਚੋਂ 2 ਹਿੱਸਿਆਂ ਦਾ ਪਹਿਲਾ ਭਾਗ ਅਸੀਂ ਪੇਸ਼ ਕਰਨ ਜਾ ਰਹੇ ਹਾਂ ਤੁਹਾਨੂੰ ਵਿਵੇਕੀ ਗਿਆਨ ਹਜ਼ੂਰ ਬਾਬਾ ਸਾਵਨ ਸਿੰਘ ਜੀ ਦਾ। ਹਜ਼ੂਰ ਬਾਬਾ ਸਾਵਨ ਸਿੰਘ ਜੀ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਮਹਾਨ ਸਤਿਗੁਰੂ ਵਜੋਂ ਵੀ ਇੱਕ ਭਾਰਤੀ ਸੰਤ ਸਨ ਅਤੇ ਗਿਆਨਵਾਨ ਸਤਿਗੁਰੂ। ਉਹ ਦੂਸਰੇ ਸਤਿਗੁਰੂ ਸਨ ਰਾਧਾ ਸਵਾਮੀ ਸਤਸੰਗ ਬਿਆਸ RSSB ਦੇ 1903 ਤੋਂ ਲੈ ਕੇ 1948 ਤੱਕ। ਰਾਧਾ ਸਵਾਮੀ ਸਤਸੰਗ ਬਿਆਸ RSSB ਜੋ ਸਥਾਪਿਤ ਕੀਤਾ ਗਿਆ ਭਾਰਤ ਵਿੱਚ 1891 ਵਿੱਚ ਇੱਕ ਦਾਰਸ਼ਨਿਕ ਸੰਸਥਾ ਹੈ ਰੂਹਾਨੀ ਸਿੱਖਿਆਵਾਂ ਉੱਤੇ ਆਧਾਰਿਤ ਸਾਰੇ ਧਰਮਾਂ ਦੀਆਂ ਸਮਰਪਿਤ ਹੈ ਇੱਕ ਅੰਦਰੂਨੀ ਵਿਕਾਸ ਦੀ ਪ੍ਰਕਿਰਿਆ ਪ੍ਰਤੀ ਇੱਕ ਰੂਹਾਨੀ ਅਧਿਆਪਕ ਦੀ ਰਹਿਨੁਮਾਈ ਹੇਠ। ਰਾਧਾ ਸਵਾਮੀ ਇੱਕ ਹਿੰਦੀ ਸ਼ਬਦ ਹੈ ਜਿਸ ਦਾ ਭਾਵ ਹੈ ਮਾਲਕ ਆਤਮਾ ਦਾ ਅੰਗਰੇਜ਼ੀ ਵਿੱਚ। ਸਤਸੰਗ ਦਾ ਭਾਵ ਹੈ ਸੱਚ ਦੇ ਨਾਲ ਸੰਬੰਧ ਅਤੇ ਇੱਕ ਸਮੂਹ ਨੂੰ ਦਰਸਾਉਂਦਾ ਹੈ ਜੋ ਸੱਚ ਦੀ ਖੋਜ ਕਰਦਾ ਹੈ। ਫਿਲਾਸਫੀ ਸਿਖਾਉਂਦੀ ਹੈ ਇੱਕ ਨਿੱਜੀ ਮਾਰਗ ਰੂਹਾਨੀ ਵਿਕਾਸ ਦਾ ਜਿਸ ਵਿੱਚ ਸ਼ਾਮਲ ਹੈ ਇੱਕ ਸ਼ਾਕਾਹਾਰੀ ਆਹਾਰ, ਪਰਹੇਜ਼ ਨਸ਼ੀਲੇ ਪਦਾਰਥਾਂ ਤੋਂ, ਇੱਕ ਨੈਤਿਕ ਜੀਵਨ ਸ਼ੈਲੀ ਅਤੇ ਰੋਜ਼ਾਨਾ ਸਾਧਨਾ ਅਭਿਆਸ। ਉੱਥੇ ਨਹੀਂ ਹਨ ਕੋਈ ਰਸਮਾਂ, ਧਾਰਮਿਕ ਰੀਤਾਂ, ਸ਼੍ਰੇਣੀਆਂ ਜਾਂ ਲਾਜ਼ਮੀ ਚੰਦੇ, ਨਾ ਹੀ ਉੱਥੇ ਲਾਜ਼ਮੀ ਇਕੱਠ ਹਨ। ਮੈਂਬਰਾਂ ਨੂੰ ਨਹੀਂ ਲੋੜ ਆਪਣੀ ਸੱਭਿਆਚਾਰਕ ਪਛਾਣ ਨੂੰ ਜਾਂ ਧਾਰਮਿਕ ਪਸੰਦ ਨੂੰ ਛੱਡਣ ਦੀ ਇਸ ਮਾਰਗ ਉੱਤੇ ਚੱਲਣ ਲਈ। ਅੱਜ ਅਸੀਂ ਪੇਸ਼ ਕਰਨ ਜਾ ਰਹੇ ਹਾਂ ਤੁਹਾਨੂੰ ਚੋਣਾਂ ਹਜ਼ੂਰ ਬਾਬਾ ਸਾਵਨ ਸਿੰਘ ਜੀ ਦੀਆਂ ਚਿੱਠੀਆਂ ਵਿੱਚੋਂ। ਸੰਸਾਰ ਨੂੰ ਦੇਖਣਾ ਚਾਹੀਦਾ ਇੱਕ ਸਰਾਂ ਵਜੋਂ ਅਤੇ ਸਾਡੇ ਰਿਸ਼ਤੇਦਾਰਾਂ ਨੂੰ ਸਾਥੀ ਮੁਸਾਫਰਾਂ ਵਜੋਂ। ਸਾਡਾ ਮੁੱਖ ਮਨੋਰਥ ਹੋਣਾ ਚਾਹੀਦਾ ਹੈ ਆਪਣੇ ਸਿਰਜਣਹਾਰ ਦੇ ਨਾਲ ਅਭੇਦ ਹੋਣਾ ਅਤੇ ਬਚਣਾ ਕਾਮ, ਕ੍ਰੋਧ, ਤ੍ਰਿਸ਼ਨਾ, ਲਾਲਚ, ਮੋਹ ਮਾਇਆ ਅਤੇ ਹੰਕਾਰ ਤੋਂ ਜਿਤਨਾ ਦੂਰ ਅਸੀਂ ਰਹਿ ਸਕੀਏ ਕਿਉਂਕਿ ਉਹ ਸਾਡੇ ਦੁਸ਼ਮਣ ਹਨ। ਸਾਰਾ ਸਮਾਂ ਸਾਡੇ ਦਿਲਾਂ ਨੂੰ ਚਾਹੀਦਾ ਹੈ ਪਿਆਰ ਦੇ ਨਾਲ ਭਰਪੂਰ ਹੋਣਾ ਸਤਿਗੁਰੂ ਲਈ ਅਤੇ ਸਾਡੇ ਆਪਣੇ ਮਨ ਨੂੰ ਚਾਹੀਦਾ ਹੈ ਬਣਨਾ ਇਤਨਾ ਨਿਰਭੈ ਕਿ ਇਹ ਨਾ ਬੇਚੈਨ ਹੋਵੇ ਭਾਵੇਂ ਜੇਕਰ ਇਸ ਨੂੰ ਦਿੱਤੀ ਜਾਵੇ ਸੰਸਾਰ ਦੀ ਬਾਦਸ਼ਾਹਤ, ਨਾ ਕਿ ਜੇਕਰ ਸੰਸਾਰ ਦੀ ਬਾਦਸ਼ਾਹਤ
ਇਸ ਤੋਂ ਖੋਈ ਜਾਵੇ। ਜਦੋਂ ਮਨ ਉਸ ਤਰ੍ਹਾਂ ਦਾ ਬਣ ਜਾਂਦਾ ਹੈ, ਸਤਿਗੁਰੂ ਆਪਣੀ ਅਸਲੀ ਰੌਸ਼ਨੀ ਨਾਲ ਇਸ ਵਿੱਚ ਪ੍ਰਵੇਸ਼ ਕਰਦੇ ਹਨ। ਜੇਕਰ ਤੁਹਾਡੀ ਜ਼ਿੰਦਗੀ ਦੌਰਾਨ ਦਾਖਲਾ ਹੋ ਜਾਵੇ ਅੱਖ ਦੇ ਕੇਂਦਰ ਵਿੱਚ ਅਤੇ ਆਵਾਜ਼ ਧੁਨ ਟੱਲੀ ਦੀ ਆਵਾਜ਼ ਨੂੰ ਪਕੜਿਆ ਜਾਵੇ, ਜ਼ਿੰਦਗੀ ਵਧੀਆ ਢੰਗ ਨਾਲ ਬਿਤਾਈ ਗਈ ਹੈ। ਜੇਕਰ ਇਹ ਨਾ ਕੀਤਾ, ਭਾਵੇਂ ਹੋਰ ਸਭ ਕੁਝ ਕੀਤਾ ਅਤੇ ਸਭ ਪੂਰਨ ਸਫਲਤਾ ਨਾਲ, ਫਿਰ ਜ਼ਿੰਦਗੀ ਫਜ਼ੂਲ ਹੈ। ਇਹ ਕਰਨ ਨਾਲ ਸਭ ਸਫਲ ਹੈ। ਇਹ ਨਹੀਂ ਕੀਤਾ, ਹੋਰ ਸਭ ਕਰਨ ਨਾਲ ਉਵੇਂ ਹੈ ਜਿਵੇਂ ਕੁਝ ਨਹੀਂ ਕੀਤਾ। ਅਜਿਹੀ ਹੈ ਖੋਜ ਸੰਤ ਮਤ ਦੀ ਅਤੇ ਇਹ ਇੱਕ ਅਸਲੀਅਤ ਹੈ। ਇਹ ਇੱਕ ਅਪਹੁਦਰਾ ਫੁਰਮਾਨ ਨਹੀਂ ਹੈ। ਆਦਮੀ ਜਨਮ ਲੈਂਦਾ ਹੈ ਤਾਂ ਕਿ ਉਹ ਆਪਣੀ ਆਤਮਾ ਨੂੰ ਸਮਾ ਸਕੇ ਇਸ ਦੇ ਸੋਮੇ ਵਿੱਚ ਅਤੇ ਨਾ ਜਨਮ ਲੈਣਾ ਪਵੇ ਇੱਕ ਦੂਸਰੀ ਵਾਰ ਇਸ ਸੰਸਾਰ ਵਿੱਚ। ਸਭ ਤੋਂ ਵਧੀਆ ਸੇਵਾ ਜੋ ਕੋਈ ਕਰ ਸਕਦਾ ਹੈ ਉਹ ਹੈ ਆਪਣੀ ਆਤਮਾ ਨੂੰ ਵਿਲੀਨ ਕਰਨਾ। ਇਹਨੂੰ ਆਜ਼ਾਦ ਕਰਨ ਨਾਲ ਮਨ ਅਤੇ ਮਾਇਆ ਦੇ ਮੋਹ ਤੋਂ ਉਸ ਸ਼ਾਂਤੀ ਅਤੇ ਆਨੰਦ ਦੇ ਸਾਗਰ ਵਿੱਚ, ਜਿਸ ਦੀ ਇਹ ਇੱਕ ਕਣੀ ਜਾਂ ਬੂੰਦ ਹੈ। ਸਾਰੇ ਸੰਤ ਪ੍ਰਭੂ ਨੂੰ ਅਨੁਭਵ ਕਰ ਚੁੱਕੇ ਪ੍ਰਾਣੀ, ਨਾ ਕਿ ਪਵਿੱਤਰ ਲੋਕ ਜਿਨ੍ਹਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ, ਇੱਕ ਧਰਮ ਰਾਹੀਂ ਪ੍ਰਭੂ ਪਰਮਾਤਮਾ ਦੇ ਪੁੱਤਰ ਹਨ। ਉਹਨਾਂ ਦਾ ਉਦੇਸ਼ ਹੈ ਹੋਰਨਾਂ ਨੂੰ ਪ੍ਰਭੂ ਪਰਮਾਤਮਾ ਦੇ ਪੁੱਤਰ ਬਣਾਉਣਾ। ਉਹਨਾਂ ਦੀ ਵਿਧੀ ਸ਼ਬਦ ਹੈ, ਆਵਾਜ਼ ਧੁਨ। ਉੱਥੇ ਹੋਰ ਕੋਈ ਵਿਧੀ ਨਹੀਂ ਹੈ। ਅੰਤਰ ਇਸ ਹੱਦ ਤੱਕ ਹੈ ਕਿ ਇਸ ਸ਼ਬਦ ਨੂੰ ਇਸ ਦੇ ਸ਼ਰਧਾਲੂਆਂ ਵੱਲੋਂ ਖੋਜਿਆ ਗਿਆ ਹੈ। ਸ਼ਬਦ ਰੌਸ਼ਨੀ ਹੈ। ਇਹ ਗੂੰਜਦੀ ਹੈ ਸਮੁੱਚੇ ਕਾਇਨਾਤ ਵਿੱਚ, ਪਦਾਰਥਿਕ, ਮਾਨਸਿਕ ਅਤੇ ਰੂਹਾਨੀਅਤ। ਸਾਡੇ ਅੰਦਰੇ ਅਤੇ ਸਾਡੇ ਤੋਂ ਬਾਹਰ ਇਹ ਰੌਸ਼ਨੀ ਅਤੇ ਆਵਾਜ਼ ਦੋਨੋਂ ਹੈ। ਸੰਤ ਮਤ ਜੋੜਦਾ ਹੈ ਇਸ ਆਵਾਜ਼ ਧੁਨ ਨਾਲ। ਰੌਸ਼ਨੀਆਂ ਅਤੇ ਆਵਾਜ਼ਾਂ ਬਾਰੇ ਭਿੰਨ-ਭਿੰਨ ਅਵਸਥਾਵਾਂ ਦੀਆਂ ਸਫ਼ਰ ਉੱਤੇ ਤੁਸੀਂ ਪਹਿਲੇ ਹੀ ਵਾਕਫ ਹੋ। ਸ਼ਬਦ ਦੀ ਮਹੱਤਤਾ ਵਧੇਗੀ ਕਦਮ ਦਰ ਕਦਮ ਅਨੁਭਵ ਦੇ ਨਾਲ। ਵਿਧੀ ਜਿਹੜੀ ਰੂਹਾਨੀ ਅਭਿਆਸਾਂ ਦੀ ਨਿਸ਼ਚਿਤ ਕੀਤੀ ਗਈ ਸਾਡੇ ਸਤਿਗੁਰਾਂ ਵੱਲੋਂ ਕੁਦਰਤੀ ਹੈ। ਇਹ ਨਹੀਂ ਹੈ ਕਿਸੇ ਮਨੁੱਖੀ ਦਿਮਾਗ ਦੀ ਕੋਈ ਬਣਤਰ। ਇਹ ਮੌਜੂਦ ਰਹੀ ਹੈ ਜਦੋਂ ਤੋਂ ਮਨੁੱਖ ਨੂੰ ਸਿਰਜਿਆ ਗਿਆ ਅਤੇ ਅਗਵਾਈ ਕਰਦੀ ਹੈ ਆਤਮਾ ਦੀ, ਆਪਣੇ ਆਸਣ ਤੋਂ, ਅੱਖ ਦੇ ਧਿਆਨ ਕੇਂਦਰ ਤੋਂ ਸਭ ਤੋਂ ਉੱਚੇ ਖੇਤਰਾਂ ਵਿੱਚ ਪਵਿੱਤਰ ਰੂਹ ਦੇ। ਅਭਿਆਸ ਸੂਰਤ ਸ਼ਬਦ ਯੋਗ ਸੰਤ ਮਤ ਦਾ ਸਥਿਤ ਹੈ। ਮਨ ਨੂੰ ਨਿਖੇੜਨਾ ਬਾਹਰਲੀਆਂ ਵਸਤਾਂ ਤੋਂ ਅਤੇ ਜੋੜਨਾ ਉਹਦੇ ਨਾਲ ਜੋ ਅੰਦਰ ਸਥਿਤ ਹੈ, ਅਤੇ ਫਿਰ ਪਕੜਨਾ ਆਵਾਜ਼ ਧੁਨ ਨੂੰ ਅਤੇ ਇਸ ਦੇ ਉੱਤੇ ਸਫ਼ਰ ਕਰਨਾ। ਇਹ ਆਵਾਜ਼ ਧੁਨ ਜੋੜਦੀ ਹੈ ਵਿਅਕਤੀ ਨੂੰ ਇਸ ਦੇ ਸਰੋਤ ਨਾਲ। ਇਹ ਅਭਿਆਸ ਕੋਈ ਰੁਕਾਵਟ ਨਹੀਂ ਪਾਉਂਦਾ ਕਿਸੇ ਵੀ ਜ਼ਿੰਦਗੀ ਦੇ ਆਮ ਰੂਟੀਨ ਵਿੱਚ। ਉੱਥੇ ਕੋਈ ਰੀਤਾਂ ਜਾਂ ਰਸਮਾਂ ਨਹੀਂ ਹਨ। ਵਿਅਕਤੀ ਨੂੰ ਆਪਣੇ ਨਾਲ ਸਿੱਝਣਾ ਪੈਂਦਾ ਹੈ। ਸਭ ਤੋਂ ਵਧੀਆ ਤਰੀਕਾ ਮਨ ਨੂੰ ਅਲੱਗ ਕਰਨਾ ਦੁਨਿਆਵੀ ਚੀਜ਼ਾਂ ਤੋਂ ਹੈ। ਇਹਨੂੰ ਦੇਣਾ ਇੱਕ ਸਵਾਦ ਅੰਦਰੂਨੀ ਆਨੰਦ ਦਾ, ਜੋ ਕਿਤੇ ਜ਼ਿਆਦਾ ਕਿਸੇ ਵੀ ਧਰਤੀ ਦੇ ਆਨੰਦ ਨਾਲੋਂ ਪਰੇ ਹੈ। ਇਹ ਅੰਦਰੂਨੀ ਆਨੰਦ ਹਾਸਲ ਕੀਤਾ ਜਾ ਸਕਦਾ ਹੈ ਅੰਦਰ ਪ੍ਰਵੇਸ਼ ਕਰਨ ਨਾਲ ਅਤੇ ਸੁਣਨ ਨਾਲ। ਅੰਦਰੂਨੀ ਆਵਾਜ਼ ਨੂੰ ਲਗਾਤਾਰ ਜਾਂ ਘੱਟੋ ਘੱਟ ਜਿਤਨੇ ਸਮੇਂ ਤੱਕ ਇਹ ਸੰਭਵ ਹੈ ਹਰ ਰੋਜ਼। ਇਹ ਹੈ ਜਿਵੇਂ ਬਾਂਦਰ ਮਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਕੜਿਆ ਜਾ ਸਕਦਾ ਹੈ। ਖੋਜ ਆਪਣੇ ਆਪ ਦੇ ਨਾਲ ਕਰਨੀ ਹੈ ਅਤੇ ਇਹਦੀ ਕੋਈ ਲਾਗਤ ਨਹੀਂ ਹੈ। ਸਮੁੱਚੀ ਚੀਜ਼ ਸਥਿਤ ਹੈ ਮਨ ਦੇ ਪਰਦੇ ਦੇ ਪਿੱਛੇ। ਜਦੋਂ ਮਨ ਨੂੰ ਨਿਸ਼ਚਲ ਕੀਤਾ ਜਾਂਦਾ ਹੈ, ਜੋ ਵੀ ਸਥਿਤ ਹੈ ਪਰਦੇ ਦੇ ਪਿੱਛੇ ਸਪਸ਼ਟ ਜ਼ਾਹਰਾ ਹੋ ਜਾਂਦਾ ਹੈ। ਮਨ ਜਿਹੜਾ ਭਟਕਦਾ ਹੈ ਬਾਹਰ ਨੂੰ,
ਅਤੇ ਘੱਟ ਹੀ ਜੁੜਦਾ ਹੈ ਆਪਣੇ ਮੁੱਖ ਕੇਂਦਰ ਨਾਲ, ਅੱਖ ਦੇ ਕੇਂਦਰ ਵਿੱਚ, ਭਾਵੇਂ ਅਸੀਂ ਜਾਗਦੇ ਹੋਈਏ ਜਾਂ ਸੁੱਤੇ। ਇਹਨੂੰ ਸਿਖਲਾਈ ਦੇਣੀ ਪੈਂਦੀ ਹੈ ਜੁੜਨ ਲਈ ਮੁੱਖ ਦਫ਼ਤਰ ਨਾਲ ਅਤੇ ਬਾਹਰ ਨੂੰ ਦੌੜਨ ਦੀ ਬਜਾਏ ਅੰਦਰ ਅੱਖ ਦੇ ਕੇਂਦਰ ਵਿੱਚ ਦੇਖਣ ਲਈ। ਇਹ ਇੱਕ ਸੌਖਾ ਕੰਮ ਨਹੀਂ ਹੈ, ਪਰੰਤੂ ਬਸ ਜਿਵੇਂ ਦੂਜੀਆਂ ਆਦਤਾਂ ਸਿਰਜੀਆਂ ਜਾਂਦੀਆਂ ਹਨ ਅਭਿਆਸ ਨਾਲ ਅਤੇ ਦ੍ਰਿੜਤਾ ਨਾਲ, ਮਨ ਨੂੰ ਵੀ ਰੱਖਣਾ ਜ਼ਰੂਰੀ ਹੈ ਇੱਕ ਨਵੀਂ ਪ੍ਰਣਾਲੀ ਵਿੱਚ, ਪਿਆਰ ਅਤੇ ਵਿਸ਼ਵਾਸ ਅਤੇ ਦ੍ਰਿੜਤਾ ਰਾਹੀਂ। ਇਹ ਇੱਕ ਵਿਹਾਰਕ ਪ੍ਰਕਿਰਿਆ ਹੈ। ਇਹ ਇੱਕ ਝਗੜਾ ਹੈ ਮਨ ਦੇ ਵਿਰੁੱਧ। ਹੌਲੀ ਹੌਲੀ ਅਤੇ ਟਿਕ ਕੇ ਦੌੜ ਜਿੱਤੀ ਜਾਂਦੀ ਹੈ। ਉਹ ਜਿਸ ਨੇ ਉਖੇੜ ਦਿੱਤਾ ਪਰਦਾ ਅੰਦਰ ਦਾ ਅਤੇ ਮਨ ਨੂੰ ਕਾਬੂ ਵਿੱਚ ਲਿਆਂਦਾ, ਉਹਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ ਅਤੇ ਸਮੁੱਚਾ ਸੰਸਾਰ ਉਹਦੇ ਹੁਕਮ ਵਿੱਚ ਆ ਜਾਂਦਾ ਹੈ। ਜਿਤਨਾ ਜ਼ਿਆਦਾ ਮੁਕੰਮਲ ਕਿਸੇ ਵਿਅਕਤੀ ਦੀ ਇਕਾਗਰਤਾ ਹੋਵੇਗੀ, ਉਤਨੀ ਜ਼ਿਆਦਾ ਸ਼ਕਤੀ ਉਸ ਦੇ ਪਾਸ ਹੋਵੇਗੀ ਸਾਰੀਆਂ ਕੁਦਰਤ ਦੀਆਂ ਸ਼ਕਤੀਆਂ ਉੱਤੇ। ਮਨ ਇੱਕ ਬਹੁਤ ਹੀ ਮਹਾਨ ਸ਼ਕਤੀ ਹੈ, ਪਰੰਤੂ ਤੁਹਾਡੇ ਇਸ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਲਾਜ਼ਮੀ ਹੈ ਮਨ ਨੂੰ ਹੀ ਪਹਿਲੇ ਕਾਬੂ ਕਰਨਾ। ਆਪਣੇ ਮਨ ਦੇ ਮਾਲਕ ਬਣੋ ਅਤੇ ਫਿਰ ਤੁਸੀਂ ਸਭ ਹੋਰ ਚੀਜ਼ ਦੇ ਮਾਲਕ ਬਣਦੇ ਹੋ। ਸ਼ਬਦ ਪ੍ਰਦਾਨ ਕਰਦਾ ਹੈ ਦੋਨੋਂ ਰੌਸ਼ਨੀ ਅਤੇ ਆਵਾਜ਼ ਧੁਨ ਨੂੰ। ਇਸ ਸਿਰੇ ਉੱਤੇ ਸਰੀਰਕ ਪੱਧਰ ਵਿੱਚ ਰੌਸ਼ਨੀ ਅਤੇ ਆਵਾਜ਼ ਧੁਨ ਗੁੰਮ ਹੋ ਜਾਂਦੀ ਹੈ ਕੋਰ ਸਮੱਗਰੀ ਵਿੱਚ। ਸੂਖਮ ਪੱਧਰਾਂ ਉੱਤੇ ਤਾਰੀਖ, ਕਾਰਨ ਅਤੇ ਰੂਹਾਨੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਰੌਸ਼ਨੀ ਦਿਸਦੀ ਹੈ ਪ੍ਰਤੱਖ। ਉੱਪਰਲੇ ਸਿਰੇ ਉੱਤੇ ਆਵਾਜ਼ ਸਭ ਤੋਂ ਸੂਖਮ ਸੰਗੀਤ ਹੈ ਜੋ ਮਨੁੱਖੀ ਕੰਨਾਂ ਨਾਲ ਨਹੀਂ ਸੁਣਾਈ ਦਿੰਦੀ ਅਤੇ ਰੌਸ਼ਨੀ ਮਿਲੀਅਨ ਹੀ ਸੂਰਜਾਂ ਅਤੇ ਚੰਦਰਮਾ ਦੀ ਇੱਕੋ ਕਿਰਨ ਵਿੱਚ ਹੈ। ਉੱਥੇ ਕੋਈ ਸ਼ਕਤੀ ਨਹੀਂ ਹੈ ਧਰਤੀ ਗ੍ਰਹਿ ਉੱਤੇ ਜਾਂ ਸਵਰਗ ਵਿੱਚ ਜੋ ਵਧੇਰੇ ਮਹਾਨ ਹੈ ਆਵਾਜ਼ ਧੁਨ ਦੀ ਸ਼ਕਤੀ ਤੋਂ। ਇਹ ਪ੍ਰਥਮ ਸ਼ਕਤੀ ਹੈ। ਸਾਰੀਆਂ ਹੋਰ ਸ਼ਕਤੀਆਂ ਉਤਪੰਨ ਹੁੰਦੀਆਂ ਹਨ ਜਾਂ ਦੂਜੇ ਦਰਜੇ ਦੀਆਂ ਹਨ। ਸੋ ਕੋਈ ਵੀ ਜਿਹੜਾ ਜੁੜਿਆ ਹੋਇਆ ਹੈ ਆਵਾਜ਼ ਧੁਨ ਦੀ ਧਾਰਾ ਨਾਲ ਅਤੇ ਅਭਿਆਸ ਕਰਦਾ ਹੈ, ਉਹਨੂੰ ਜ਼ਰੂਰੀ ਹੈ ਇਕੇਰਾ ਸਵੀਕਾਰ ਕਰਨਾ ਕਿ ਉਹ ਨਹੀਂ ਵਿਰੋਧੀ ਤੌਰ 'ਤੇ ਪ੍ਰਭਾਵਿਤ ਹੋਵੇਗਾ ਹਿਪਨੋਟਿਸਟ ਮਾਹਰਾਂ, ਅਧਿਆਤਮਵਾਦੀਆਂ, ਰੂਹਾਂ ਬੁਲਾਉਣ ਵਾਲੇ ਜਾਂ ਕੋਈ ਵੀ ਉਹਨਾਂ ਦੀ ਜੁੰਡਲੀ ਵਿੱਚੋਂ। ਇੱਥੋਂ ਤੱਕ ਮੌਤ ਦਾ ਫਰਿਸ਼ਤਾ ਵੀ ਨਹੀਂ ਹਿੰਮਤ ਕਰਦਾ ਨੇੜੇ ਆਉਣ ਦੀ ਵਿਅਕਤੀ ਦੇ ਜਿਹੜਾ ਜੁੜਿਆ ਹੋਇਆ ਹੋਵੇ ਆਵਾਜ਼ ਧੁਨ ਦੇ ਨਾਲ। ਆਵਾਜ਼ ਧੁਨ ਇਲਾਜ ਹੈ ਸਾਰੀਆਂ ਕਮਜ਼ੋਰੀਆਂ ਦਾ, ਜਿਸ ਦਾ ਸਰੀਰ ਵਾਲੀ ਵਾਰਸ ਹੈ। ਤੁਹਾਡੇ ਨਾਮ ਲੈਣ ਦਾ ਸੰਪਰਕ ਅੰਦਰੂਨੀ ਰੌਸ਼ਨੀ ਅਤੇ ਆਵਾਜ਼ ਧੁਨ ਨਾਲ। ਭਾਵ ਵਧੇਰੇ ਹੈ ਉਹਦੇ ਨਾਲੋਂ ਜੇਕਰ ਤੁਸੀਂ $1 ਮਿਲੀਅਨ ਪ੍ਰਾਪਤ ਕੀਤੇ ਹੋਣ ਵਿਰਸੇ ਵਿੱਚ ਜਾਂ ਅਨੇਕ ਹੀ ਮਿਲੀਅਨ। ਤੁਸੀਂ ਖੁਸ਼ਕਿਸਮਤ ਪੁੱਤਰਾਂ ਵਿੱਚੋਂ ਇੱਕ ਹੋ, ਸਤਿਪੁਰਸ਼ ਪ੍ਰਭੂ ਪਰਮਾਤਮਾ ਦੇ, ਅਤੇ ਉਹਨਾਂ ਨੇ ਤੁਹਾਡੀ ਚੋਣ ਕੀਤੀ ਹੈ ਨਾਮ ਦੀ ਦਾਤ ਹਾਸਲ ਕਰਨ ਲਈ ਅਤੇ ਜਾਣ ਲਈ ਸਤਿਗੁਰੂ ਨਾਲ ਸੱਚਖੰਡ ਨੂੰ, ਸਭ ਤੋਂ ਉੱਚਾ ਰੂਹਾਨੀ ਮੰਡਲ। ਤੁਹਾਨੂੰ ਜ਼ਰੂਰੀ ਹੈ ਉੱਥੇ ਅਪੜਨਾ। ਕੋਈ ਚੀਜ਼ ਨਹੀਂ ਤੁਹਾਨੂੰ ਰੋਕ ਸਕਦੀ, ਪਰੰਤੂ ਤੁਸੀਂ ਪ੍ਰਗਤੀ ਨੂੰ ਤੇਜ਼ ਕਰ ਸਕਦੇ ਹੋ ਜਾਂ ਇਸ ਨੂੰ ਢਿੱਲੀ ਕਰ ਸਕਦੇ ਹੋ ਜਿਵੇਂ ਤੁਸੀਂ ਚਾਹੋ। ਜੇਕਰ ਉੱਥੇ ਕੋਈ ਸ਼ਕਤੀ ਮੌਜੂਦ ਹੈ ਜਿਹੜੀ ਬੁਰੇ ਕਰਮਾਂ ਨੂੰ ਕੱਟਦੀ ਹੈ, ਉਹ ਹੈ ਸ਼ਬਦ। ਜਦੋਂ ਇਸੇ ਕਰਕੇ ਕੋਈ ਵਿਅਕਤੀ ਸਵਾਦ ਚੱਖਦਾ ਹੈ ਸ਼ਬਦ ਦਾ ਅਤੇ ਆਨੰਦ ਮਾਣਦਾ ਹੈ ਸ਼ਬਦ ਦਾ, ਅਣਗਿਣਤ ਬੁਰੇ ਕਰਮ ਨਸ਼ਟ ਹੋ ਜਾਂਦੇ ਹਨ। ਤੁਸੀਂ ਸਹੀ ਹੋ ਜਦੋਂ ਤੁਸੀਂ ਕਹਿੰਦੇ ਹੋ ਕਿ ਦਿਮਾਗੀ ਸੂਝ-ਬੂਝ ਵਾਲਾ ਪੱਖ ਵਿਗਿਆਨ ਦਾ ਵਧੇਰੇ ਘੱਟ ਮਹੱਤਵਪੂਰਨ ਹੈ ਸਾਧਨਾ ਅਭਿਆਸ ਨਾਲੋਂ। ਸਮੁੱਚਾ ਭੇਦ ਜਾਣਕਾਰੀ, ਵਸਤ ਅਤੇ ਕੀਮਤੀ ਖਜ਼ਾਨਾ ਅੰਦਰੇ ਸਥਿਤ ਹੈ।
ਅਤੇ ਬਗੈਰ ਜਾਣਦੇ ਇਸ ਦੇ ਅੰਦਰ ਇਹ ਨਹੀਂ ਹਾਸਲ ਕੀਤਾ ਜਾ ਸਕਦਾ। ਅਤੇ ਅੱਖ ਜਿਹੜੀ ਇਹ ਦੇਖਣ ਦੇ ਸਮਰਥ ਹੈ ਉਹ ਵੀ ਅੰਦਰੇ ਹੈ। ਗ੍ਰੰਥਾਂ ਨੂੰ ਪੜ੍ਹਨਾ, ਫਿਲਾਸਫੀਆਂ ਦੀ ਚਰਚਾ ਕਰਨੀ ਅਤੇ ਪ੍ਰਾਰਥਨਾਵਾਂ ਨੂੰ ਦੁਹਰਾਉਣਾ ਉਹ ਇਹ ਹੈ ਜਿਵੇਂ ਪਾਣੀ ਨੂੰ ਰਿੜਕਣਾ, ਜਿਸ ਵਿੱਚੋਂ ਕੁਝ ਨਹੀਂ ਪਰ ਝੱਗ ਬਾਹਰ ਨਿਕਲਦੀ ਹੈ। ਅੰਦਰ ਜਾਣ ਨਾਲ ਅਤੇ ਉੱਪਰ ਨੂੰ ਚੜ੍ਹਾਈ ਕਰਨ ਨਾਲ ਆਵਾਜ਼ ਤੁੰਦੇ ਦੁੱਧ ਰਿੜਕਣਾ ਹੈ, ਜਿਸ ਵਿੱਚੋਂ ਮੱਖਣ ਬਾਹਰ ਨਿਕਲਦਾ ਹੈ। ਮੁੱਖ ਯਤਨ ਇਨਸਾਨ ਦਾ ਇਸੇ ਕਰਕੇ ਹੋਣਾ ਚਾਹੀਦਾ ਹੈ, ਆਪਣੇ ਸਰੀਰ ਨੂੰ ਖਾਲੀ ਕਰਨਾ, ਅੱਖਾਂ ਤੋਂ ਥੱਲੇ ਅਤੇ ਬੈਠਣਾ ਅੰਦਰ ਅੱਖ ਦੇ ਕੇਂਦਰ ਵਿੱਚ, ਅਤੇ ਖੁਦਾਈ ਕਰਨੀ ਛੁਪੇ ਹੋਏ ਖਜ਼ਾਨੇ ਦੀ। ਜਦੋਂ ਤੱਕ ਤੁਸੀਂ ਬਾਹਰ ਵਾਰ ਹੋ, ਵਸਤ ਅਭਿਆਸ ਜਾਪਦਾ ਹੈ ਖੁਸ਼ਕ, ਅੰਦਰ ਵਾਰ ਜਾਣਾ ਹੋਰ ਵੀ ਜਾਪਦਾ ਹੈ ਮੁਸ਼ਕਲ। ਪਰੰਤੂ ਇੱਕ ਵਾਰ ਅੰਦਰ ਦਾਖਲ ਹੋ ਗਏ, ਵਸਤ ਬਣ ਜਾਂਦੀ ਹੈ ਬਹੁਤ ਸਵਾਦੀ ਅਤੇ ਇਹ ਸੌਖਾ ਹੋ ਜਾਵੇਗਾ। ਧਿਆਨ ਕੇਂਦਰਿਤ ਕਰਨ ਨਾਲ, ਅੰਦਰ ਜਾਣ ਨਾਲ ਇੱਕ ਵਾਰ ਅਤੇ ਯੁੱਧ ਜਿੱਤਿਆ ਜਾਂਦਾ ਹੈ। ਮੈਂ ਖੁਸ਼ ਹਾਂ ਕਿ ਤੁਸੀਂ ਵਧਾਇਆ ਹੈ ਆਪਣਾ ਸਮਾਂ 1 ਘੰਟੇ ਤੱਕ, ਪਰੰਤੂ ਮੈਨੂੰ ਕਹਿਣਾ ਜ਼ਰੂਰੀ ਹੈ ਕਿ 1 ਘੰਟਾ ਕਾਫੀ ਨਹੀਂ ਹੈ। 3 ਘੰਟਿਆਂ ਵਿੱਚ ਮਨ ਨੂੰ ਵਸ਼ ਕੀਤਾ ਜਾਂਦਾ ਹੈ। ਜੇਕਰ ਇਹ ਸਮਾਂ ਭੇਟ ਕੀਤਾ ਜਾਏ ਪਿਆਰ ਅਤੇ ਸ਼ਰਧਾ ਨਾਲ ਅਤੇ ਨਾ ਕਿ ਇੱਕ ਫਰਜ਼ ਵਜੋਂ, ਇਹ ਸ਼ਕਤੀ ਬਣਦੀ ਜਾਂਦੀ ਹੈ ਮਜ਼ਬੂਤ, ਦੁਹਰਾਉਣ ਨਾਲ ਅਤੇ ਧਿਆਨ ਕੇਂਦਰਿਤ ਕਰਨ ਨਾਲ, ਅਤੇ ਰੂਹਾਨੀ ਸ਼ਕਤੀ ਸਿਰਜੀ ਜਾਂਦੀ ਹੈ ਜਿਹੜੀ ਜਗਾਉਂਦੀ ਹੈ ਪਿਆਰ ਅਤੇ ਵਿਸ਼ਵਾਸ ਨੂੰ ਅੰਦਰ, ਅਤੇ ਉਹ ਹੈ ਜੋ ਅਗਵਾਈ ਕਰਦੀ ਹੈ ਨਿੱਜੀ ਚੁੰਬਕ ਸ਼ਕਤੀ ਦੀ, ਜੋ ਕਿ ਮੌਜੂਦ ਹੈ ਇੱਕ ਛੋਟੇ ਜਾਂ ਇੱਕ ਬੜੇ ਪੱਧਰ ਵਿੱਚ, ਹਰ ਇੱਕ ਮਨੁੱਖੀ ਜੀਵ ਵਿੱਚ ਅਤੇ ਇੱਥੋਂ ਤੱਕ ਜਾਨਵਰਾਂ ਵਿੱਚ ਵੀ। ਇਹ ਰੂਹਾਨੀ ਸ਼ਕਤੀ ਸਾਡੇ ਹਰ ਇੱਕ ਦੇ ਅੰਦਰ ਹੈ, ਪਰੰਤੂ ਇਹ ਜਾਗਰੂਕ ਹੁੰਦੀ ਹੈ ਕੇਵਲ ਰੂਹਾਨੀ ਸਾਧਨਾ ਅਭਿਆਸ ਨਾਲ। ਕੇਵਲ ਉਹ ਜਿਨ੍ਹਾਂ ਦੀ ਅੰਦਰੂਨੀ ਅੱਖ ਖੁੱਲ੍ਹੀ ਹੈ ਉਹ ਇਹ ਮਹਿਸੂਸ ਕਰ ਸਕਦੇ ਹਨ। ਤੁਹਾਡਾ ਧੰਨਵਾਦ ਹੈ ਬਹੁਤ ਹੀ ਪਿਆਰੇ ਦਰਸ਼ਕੋ, ਸਾਡੇ ਨਾਲ ਸਮਾਂ ਬਿਤਾਉਣ ਲਈ। ਅੱਜ ਦੇ ਚੌਣਾ ਹਜ਼ੂਰ ਬਾਬਾ ਸਾਵਨ ਸਿੰਘ ਜੀ ਦੀਆਂ ਚਿੱਠੀਆਂ ਵਿੱਚੋਂ 2 ਹਿੱਸਿਆਂ ਦਾ ਪਹਿਲਾ ਭਾਗ, ਗਿਆਨ ਭਰਪੂਰ ਸ਼ਬਦਾਂ ਉੱਤੇ। ਕੱਲ੍ਹ ਨੂੰ ਸਾਡੇ ਨਾਲ ਫਿਰ ਜੁੜਨਾ ਇਸ ਪ੍ਰੋਗਰਾਮ ਦੇ ਦੂਸਰੇ ਭਾਗ ਲਈ। ਅੱਗੇ ਆ ਰਿਹਾ ਹੈ ਮਾਣ ਸਨਮਾਨ ਮਨਾਉਂਦਿਆਂ 5ਵੀਂ ਵਰ੍ਹੇਗੰਢ ਸਰਵਉੱਚ ਸਤਿਗੁਰੂ ਚਿੰਗਹਾਈ ਦਿਵਸ ਦੀ ਸੰਸਥਾ ਦੇ ਪ੍ਰਦਰਸ਼ਨਾਂ ਨਾਲ 2 ਹਿੱਸਿਆਂ ਦਾ ਦੂਸਰਾ ਭਾਗ, ਹੁਣੇ ਧਿਆਨਯੋਗ ਖਬਰਾਂ ਤੋਂ ਬਾਅਦ। ਤੁਹਾਡੀ ਜ਼ਿੰਦਗੀ ਬਖਸ਼ੀ ਜਾਵੇ ਪਵਿੱਤਰ ਆਨੰਦ ਅਤੇ ਖੁਸ਼ਹਾਲੀ ਨਾਲ। Thank you, gracious viewers, for spending time with us on today's excerpts from Baba Sawan Singh Ji's letters, part 1 of 2 on words of wisdom. Join us again tomorrow for part 2 of this program. Coming up next is commemorating the 25th anniversary of Supreme Master Ching Hai Day with association performances, part 2 of 2, right after noteworthy news. May your life be blessed with pure joy and abundance. For more details, please visit suprememastertv.com/WOW.